ਰਾਖੋ ਰਾਖਣਹਾਰ ਦਿਆਲਾ। ਨਾਨਕ ਘਰ ਕੇ ਗੋਲੇ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮੇਬ। ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ। ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕਉ ਸਿਮਰ ਪਰਮ ਗਤ ਪਾਵਹਿ। ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਤਿਸ ਸਿਮਰੋ। ਆਠ ਪਹਿਰ ਸਿਮਰੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਟ ਪਟੰਬਰ ਹੰਢਾਵੈ ਤਿਸੈ ਤਿਆਗ ਕਤ ਅਬਰ ਲੁਭਾਵੈ। ਜਿਹ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀਜੈ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਾ ਮਾਨ ਪਾਵੈ ਨਾਨਕ ਪਤ ਛੇਤੀ ਘਰ ਜਾਵੈ। ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਂਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਅਭੂਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜੇ ਪ੍ਰਸਾਦ ਅਸ਼ਭ ਅਸਤ ਹਸਵਾਰੀ
ਮਨ ਤਿਸ ਪ੍ਰਭ ਕਉ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦਾ ਊਠਤ ਬੈਠਤ ਸਦ ਤਿਸੈ ਧਿਆਈ। ਤਿਸੈ ਧਿਆਏ ਜੋ ਏਕ ਅਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹਿਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 269 70 ਅੰਕ ਤੇ ਪਹੁੰਚ ਗਏ ਜੀ ਆਪਾਂ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸਜ ਕੇ ਜੁੜ ਕੇ ਬੈਠੀ ਹੈ, ਸਾਰੀ ਸੰਗਤ ਬਣਾਓ ਇਕਾਗਰਤਾ, ਦੋਵੇਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਇਸ ਅਸ਼ਟਪਦੀ ਦੇ ਅੰਦਰ ਸਮਝਾ ਰਹੇ ਨੇ, ਦੱਸ ਰਹੇ ਨੇ। ਆਪਾਂ ਲੜੀਵਾਰ ਜਿਹੜੀ ਵਿਚਾਰ ਕਰ ਰਹੇ ਹਾਂ ਜੀ, 6 ਨੰਬਰ ਅਸ਼ਟਪਦੀ ਸ਼ੁਰੂ ਹੋ ਗਈ ਅੱਜ। ਸਤਿਗੁਰ ਮਹਾਰਾਜ ਕਹਿ ਰਹੇ ਨੇ ਸ਼ਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਜੀ ਕਹਿੰਦੇ ਨੇ ਇਸ ਸ਼ਲੋਕ ਅੰਦਰ, ਬਿਨਸ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ, ਮਿਟ ਜਾਂਦੇ ਨੇ। ਹੇ ਨਾਨਕ ਬੇਨਤੀ ਕਰ ਤੇ ਆਖ, ਹੇ ਗੁਰਦੇਵ, ਹੇ ਪ੍ਰਭੂ ਮਾਲਕ ਪਿਤਾ ਜੀ, ਤੇਰੀ ਸ਼ਰਨ ਆਇਆ ਹਾਂ, ਮੇਰੇ ਉੱਤੇ ਮਿਹਰ ਕਰ, ਮੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਕਰ ਦੇ। ਹੁਣ ਇਹਨੂੰ ਥੋੜਾ ਧਿਆਨ ਨਾਲ ਵਾਚਿਓ, ਸਮਝਿਓ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਇਹਨਾਂ ਵਿਕਾਰਾਂ ਦਾ ਬਹੁਤ ਵਾਰ ਜ਼ਿਕਰ ਕੀਤਾ ਹੈ। ਇਹ ਵਿਕਾਰ ਬਾਹਰ ਨਹੀਂ ਹਨ, ਸਾਡੇ ਅੰਦਰ ਨੇ। ਕਿਵੇਂ ਪੈਦਾ ਹੁੰਦੇ ਨੇ ਮਹਾਰਾਜ ਨੇ ਬੜੇ ਵਿਸਥਾਰ ਨਾਲ ਦੱਸਿਆ। ਇੱਥੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ। ਕਾਮ ਦਾ ਅਰਥ ਹੁੰਦਾ ਮੰਦੀਆਂ ਕਾਮਨਾਵਾਂ, ਮੰਦੀਆਂ ਵਾਸ਼ਨਾਵਾਂ। ਕ੍ਰੋਧੀ ਸੁਭਾਅ, ਲੋਭੀ ਸੁਭਾਅ, ਮੋਹ ਵਿੱਚ ਫਸਿਆ ਮਨੁੱਖ। ਸਤਿਗੁਰ ਬਾਬਾ ਜੀ ਇੱਥੇ ਗੱਲ ਕਰ ਰਹੇ ਨੇ, ਹੇ ਮਾਲਕ ਵਾਹਿਗੁਰੂ, ਮੇਰਾ ਅੰਦਰ ਦਾ ਇਹ ਕਾਮ, ਅੰਦਰ ਦਾ ਇਹ ਕ੍ਰੋਧ, ਅੰਦਰ ਦਾ ਇਹ ਲੋਭ ਤੇ ਮੋਹ ਬਿਨਸ ਜਾਏ ਅਹਮੇਵ। ਪਾਤਸ਼ਾਹ ਜੀ ਕਹਿੰਦੇ ਜੇ ਇਹ ਮੇਰੇ ਅੰਦਰ ਦੇ ਖਿਆਲ ਮਿਟ ਜਾਣ ਨਾ, ਜੇ ਦੂਰ ਹੋ ਜਾਣ, ਤਾਂ ਮੈਂ ਬਹੁਤ ਕੁਝ ਪ੍ਰਾਪਤ ਕਰ ਸਕਦਾ। ਦੂਰ ਕਿਵੇਂ ਹੋਣਗੇ? ਮਹਾਰਾਜ ਕਹਿੰਦੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇੱਥੇ ਪ੍ਰਸਾਦ ਦਾ ਅਰਥ ਹੈ ਜੀ, ਧਿਆਨ ਨਾਲ ਸਮਝੋ ਜੀ, ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਨਾਲ। ਸਤਿਗੁਰ ਮਹਾਰਾਜ ਕਹਿ ਰਹੇ ਨੇ ਜੇ ਉਸ ਮਾਲਕ ਦੀ ਕਿਰਪਾ ਹੋ ਜਾਵੇ ਨਾ, ਰਹਿਮਤ ਹੋ ਜਾਵੇ, ਜ਼ਿੰਦਗੀ ਅੰਦਰੋਂ ਇਹ ਵਿਕਾਰ ਮਿਟ ਜਾਂਦੇ ਨੇ। ਜਿਵੇਂ ਜੇ ਘਰ ਦਾ ਚੌਂਕੀਦਾਰ, ਘਰ ਦਾ ਮਾਲਕ ਸੌਂ ਜੇ ਨਾ, ਚੋਰ ਪੈ ਜਾਂਦੇ ਨੇ, ਘਰ ਨੂੰ ਲੁੱਟ ਲੈਂਦੇ ਨੇ। ਇਸੇ ਤਰ੍ਹਾਂ ਇੱਕ ਸਿੰਪਲ ਸ਼ਬਦ ਅੰਦਰ ਸਮਝੀਏ, ਸਾਡੇ ਘਰ ਦਾ ਚੌਂਕੀਦਾਰ ਕੌਣ ਆ? ਸਾਡੇ ਘਰ ਦਾ ਮਾਲਕ ਕੌਣ ਆ? ਮਨ। ਸਰੀਰ ਦਾ ਮਾਲਕ ਹੈ ਜੀ। ਸਰੀਰ ਨੂੰ ਜਿੱਧਰ ਮਰਜੀ ਮਨ ਲੈ ਜਾਵੇ। ਹੁਣ ਜੇ ਮਨ ਸੌ ਜੇ ਨਾ, ਫਿਰ ਅੰਦਰ ਹਾਵੀ ਹੋ ਜਾਂਦੇ ਨੇ, ਭਾਰੂ ਹੋ ਜਾਂਦੇ ਨੇ ਕਾਮ
क्रोध और लोभ मोह इन्हां ने हावी हो जाना। फिर ये जिहड़ा साडा तन है, ये शरीर है, ये बिगड़ जाता है। जे शरीर नूं लेखे लाउणा चाहुंदे आ, बचाउणा चाहुंदे आ, महाराज कहंदे नानक प्रभ शरणागति, प्रभु की शरण विच, मालक की शरण विच आ जाइए तो गुरुदेव गुरु किरपा कर दिंदा, रहमत कर दिंदा। अगे सतगुरु जी कह रहे हैं जी अष्टपदी, जिह प्रसाद छत्ती अमृत खाहे। इत्थे गुरु साहब जी ने गल की है जी अमृत दी। तिस ठाकुर को रख मन माही, जिहदी किरपा दे नाल, जिहदे बख्शिश नाल। हुण महाराज कह रहे ने इत्थे स्वादले भोजन, अमृत का अर्थ हुंदा जी स्वादले भोजन। किन्ने प्रकार दे? 36 प्रकार दे। इत्थे पढ़ना भी उन्होंने 36 गिणती वाचक है जी। जे प्रसाद 36 अमृत खाहे, बड़े प्रकार दे भोजन खाना है। तिस ठाकुर को रख मन माहे, जिहड़ा तैनूं ये भोजन दिंदा ना, जिहड़ा रिजक दे रहा है, गुरु अर्जन साहब महाराज कहते उस ठाकुर नूं, उस मालक नूं मन दे अंदर बसा के रख, मन विचों दूर ना कर, मन दे अंदर बसा के रख। जे प्रसाद सुगंधत तन लावै, सुगंधत सुगंधियां वाले पदार्थ, जिहदी किरपा दे नाल, जिहदी रहमत नाल अपने तन उत्ते सुगंधियां वाले पदार्थ लाउणा तूं, छिड़कदा तूं। तिसको सिमरत परमगत पाहे। महाराज कहंदे उस मालक नूं सिमर के, उस मालक नूं चेते करके, परमगत दा अर्थ हुंदा जी उच्ची अवस्था, आत्मक तौर ते बलवान बन जाना, आत्मक तौर ते उच्चे बन जाना, मन करके सोचण दा दायरा वध जाना, वड्डा हो जाना। सतगुरु जी कहंदे जिहदी किरपा नाल तू तन ते सुगंधियां लाउणा, जिहदी किरपा दे नाल तू परमगत उच्ची आत्मक अवस्था बना लेना, वधिया बना लेना अपने आप नूं। जिह प्रसाद बसै सुख मंदर, जिहदी किरपा दे नाल, जिहदी रहमत नाल ये सोहणे घर दे विच वसदा, मंदिर दे विच वसदा। मंदिर दा अर्थ की है जी? गुरबाणी अंदर, गुरबाणी ने मंदिर पता किहनूं कहा? ध्यान नाल समझियो। गुरबाणी कहंदी बंदे दा शरीर ही मंदिर है। आ जिहड़ा साडा शरीर है ना, ये रब दा घर है। कई इस रब दे घर अंदर बहुत कुछ पा लेंदे ने, बिगाड़ लेंदे ने, कई इस रब दे घर नूं सवार भी लेंदे ने। गुरबाणी दे एक मैं बचन पढ़ा, महाराज कहंदे हर मंदिर ये शरीर है। गुरबाणी ने कली कली गल क्लीयर की है जी। रब दा घर तेरा शरीर है, रब किते बाहर नहीं बैठा। ठीक है, वह ये पसारा सारा वह मालक का ही है, रमिया और सारे किते है। पर असल जे तू रब नूं वेखना चाहुंदा ना, रब नूं लभना चाहुंदा, अपने आप अंदरों वेख, अपने आपे नूं सवारना ही रब नूं मिलना हुंदा। जिहड़ा बंदा अपने आपे नूं सवार ही नहीं सकदा, पिछे अष्टपदी विच आपां गल कीती ना भेख दी, महाराज ने गल की भी किन्ने मर्जी चिन्ह धारण कर लै, किन्ने मर्जी भेख बना लै, पर इहदा बहुता कोई लाभ नहीं होना। क्योंकि अंदर बैठे रब नूं, अंदर बैठे मालक नूं हाले तक तैं पछाणिया ही नहीं है। यही गल महाराज इत्थे कह रहे ने, जे प्रसाद बसै सुख मंदर, जिहदी किरपा दे नाल, जिहदी बख्शिश नाल, जिहदी रहमत नाल अपने आपे विच, अपने घर विच बस रहे हैं। एक तो दुनियावी तौर पर आपां मकान बनाउने, घर बनाउने आ रहण वास्ते, एक घर साडा शरीर है जी। ध्यान नाल समझिया करो थोड़ा गुरबाणी दे भाव नूं भी। गुरबाणी दे भाव अंदर, गुरबाणी दे अखरी अर्थ अंदर बड़ा कुछ सतगुरु जी ने दस्सिया है। जिथे दुनियावी तौर पर असीं ये सोचते हैं, समझते भी साडा घर बड़ा सोहना होवे, वधिया होवे, उत्थे महाराज कहंदे इस हिरदे वाले घर दी भी संभाल करिया कर, जिथे रब रहिंदा है। जय कर कीर्ति आखिए करते का होए विचारो। इस हिरदे घर विच करते दी विचार, करते दी कीर्ति करिया कर, वडियाई करिया कर, ये घर नूं भी सवारिया कर। इत्थे महाराज कहंदे जिहदी किरपा नाल अपने घर विच वसदा है, तिसै ध्याए सदा मन अंदर। महाराज कहंदे उस मालक नूं ध्याउणा चाहीदा मन दे अंदर,
ਰੱਬ ਨੂੰ ਧਿਆਉਣ ਵਾਸਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਮੈਂ ਇੰਨੇ ਵਜੇ ਉੱਠਦਾ, ਮੈਂ ਇੰਨੇ ਵਾਰ ਯਾਦ ਕਰਦਾ, ਉਹ ਮਾਲਕ ਸਭ ਕੁਝ ਜਾਣਦਾ। ਇੱਥੇ ਮਹਾਰਾਜ ਕਹਿੰਦੇ ਤਿਸੈ ਧਿਆਏ ਸਦਾ ਸਦਾ ਮਨ ਅੰਦਰ, ਮਨ ਦੇ ਅੰਦਰ ਧਿਆਉਣਾ ਚਾਹੀਦਾ ਹੈ, ਮਨ ਦੇ ਅੰਦਰ ਯਾਦ ਕਰਨਾ ਚਾਹੀਦਾ ਹੈ, ਮਨ ਦੇ ਅੰਦਰ ਸਿਮਰਨਾ ਚਾਹੀਦਾ ਸਦਾ। ਇਹ ਨਹੀਂ ਵੀ ਅੱਜ ਸਿਮਰ ਲਿਆ ਕੱਲ ਮੈਂ ਭੁੱਲ ਗਿਆ, ਨਾ ਨਾ, ਸਦਾ ਉਹਨੂੰ ਯਾਦ ਰੱਖ, ਮਨ ਦੇ ਅੰਦਰ ਰੱਖ, ਇਹ ਸਿਮਰਨ ਉਹਦਾ ਨਿਰੰਤਰ ਚੱਲਦਾ ਰਵੇ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਪਾਤਸ਼ਾਹ ਜੀ ਇੱਥੇ ਵਿਚਾਰ ਸਾਨੂੰ ਦੇ ਰਹੇ ਨੇ ਜੀ, ਜਿਹਦੀ ਕਿਰਪਾ ਦੇ ਨਾਲ ਸੁੱਖ ਮਿਲ ਜਾਂਦਾ ਹੈ, ਆਪਣੇ ਘਰ ਵਿੱਚ ਟਿਕ ਜਾਂਦੇ ਹਾਂ ਅਸੀਂ, ਆਨੰਦ ਬਣ ਜਾਂਦਾ, ਮੌਜਾਂ ਬਣ ਜਾਂਦੀਆਂ ਨੇ। ਗੁਰੂ ਸਾਹਿਬ ਜੀ ਕਹਿ ਰਹੇ ਨੇ 8 ਪਹਿਰ ਸਿਮਰੋ ਤਿਸ ਰਸਨਾ, 8 ਪਹਿਰ ਹਰ ਵੇਲੇ। 8 ਪਹਿਰ ਦਾ ਅਰਥ ਆਪਾਂ ਇਹੀ ਲਵਾਂਗੇ, ਇੱਥੇ ਭਾਵ ਕੀ ਲਵਾਂਗੇ, ਹਰ ਵੇਲੇ ਉਸ ਮਾਲਕ ਨੂੰ ਸਿਮਰੋ ਤਿਸ ਰਸਨਾ। ਮਹਾਰਾਜ ਕਹਿੰਦੇ ਰਸਨਾ ਦੇ ਨਾਲ, ਜੀਵ ਦੇ ਨਾਲ ਹਰ ਵੇਲੇ ਸਿਮਰੋ, ਚੇਤੇ ਕਰੋ, ਯਾਦ ਕਰੋ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ ਰੰਗ ਰਸ ਬੜੇ ਭੋਗ ਮਾਣ ਰਹੇ ਆ, ਭੋਗ ਰਹੇ ਆ, ਇਹ ਸਭ ਉਸ ਮਾਲਕ ਦੀ ਕਿਰਪਾ ਦੇ ਨਾਲ। ਅੱਗੇ ਮਹਾਰਾਜ ਕਹਿ ਰਹੇ ਨੇ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ। ਹੇ ਨਾਨਕ, ਪਾਤਸ਼ਾਹ ਜੀ ਕਹਿ ਰਹੇ ਨੇ ਉਸ ਮਨੁੱਖ ਨੂੰ ਉਹ ਮਾਲਕ ਰੱਬ ਸਦਾ ਧਿਆਉਣਾ ਚਾਹੀਦਾ ਜੋ ਧਿਆਵਣ ਦੇ ਯੋਗ ਹੈ, ਜਿਹਦੀ ਵਡਿਆਈ ਕਰਨੀ ਚਾਹੀਦੀ ਹੈ, ਸਿਫਤ ਕਰਨੀ ਚਾਹੀਦੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਜਿਹ ਪ੍ਰਸਾਦ ਪਾਟ ਪਟੰਬਰ ਹੰਢਾਵੈ, ਤਿਸੈ ਤਿਆਕਤ ਅਬਰ ਲੁਭਾਵੈ। ਜਿਹਦੀ ਕਿਰਪਾ ਦੇ ਨਾਲ ਪਟੰਬਰ, ਸਤਿਗੁਰੂ ਜੀ ਕਹਿ ਰਹੇ ਨੇ ਜੀ ਅੰਬਰ ਰੇਸ਼ਮ ਦੇ ਕੱਪੜੇ, ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ, ਤੂੰ ਵਧੀਆ ਕੱਪੜਾ ਹੰਢਾ ਰਿਹਾ ਤਨ ਉੱਤੇ, ਇਹ ਸਭ ਰੱਬ ਦੀ ਕਿਰਪਾ ਹੈ, ਰਹਿਮਤ ਹੈ। ਦੁਨੀਆ ਦੇ ਅੰਦਰ ਐਸੇ ਸਰੀਰ ਵੀ ਹੁੰਦੇ ਨੇ, ਕਈਆਂ ਨੂੰ ਵਿਚਾਰਿਆਂ ਨੂੰ ਕੱਪੜਾ ਹੰਢਾਉਣਾ ਵੀ ਨਸੀਬ ਨਹੀਂ ਹੁੰਦਾ, ਪਰ ਤੇਰੇ ਤੇ ਰਹਿਮਤ ਬਣ ਗਈ, ਕਿਰਪਾ ਬਣ ਗਈ, ਤੂੰ ਵਧੀਆ ਸੋਹਣੇ ਕੱਪੜੇ ਹੰਢਾ ਰਿਹਾ, ਇਹ ਗੁਰੂ ਦੀ ਕਿਰਪਾ ਹੈ, ਮਿਹਰ ਆ ਉਹਦੀ। ਤਿਸੈ ਤਿਆਗ, ਮਹਾਰਾਜ ਕਹਿੰਦੇ ਕਤ ਅਬਰ ਲੁਭਾਵੈ, ਜਿਹਦੀ ਕਿਰਪਾ ਨਾਲ ਤੂੰ ਸਾਰਾ ਕੁਝ ਕਰ ਰਿਹਾ ਹੋ ਰਿਹਾ, ਪਰ ਤੈਂ ਉਹਨੂੰ ਤਿਆਗ ਦਿੱਤਾ। ਕਿਹੜੇ ਕੰਮਾਂ ਵਿੱਚ ਲੱਗ ਗਿਆ? ਮਹਾਰਾਜ ਕਹਿੰਦੇ ਜਿਹ ਪ੍ਰਸਾਦ ਸੁਖ ਸੇਜ ਸੁਈਜੈ, ਮਨ 8 ਪਹਿਰ ਤੰਕ ਜਸ ਗਾਵੀਜੈ। ਜਿਹਦੀ ਕਿਰਪਾ ਨਾਲ ਚੰਗੀ ਤੈਨੂੰ ਸੇਜ ਮਿਲ ਗਈ ਹੈ, ਆਨੰਦ ਦੀ ਨੀਂਦ ਸੌਂ ਰਿਹਾ, ਮਹਾਰਾਜ ਕਹਿੰਦੇ ਮਨ 8 ਪਹਿਰ ਤਾਂਕਾ ਜਸ ਗਾਵੀਜੈ। ਹੇ ਮੇਰੇ ਮਨ, ਹਰ ਵੇਲੇ ਉਸ ਮਾਲਕ ਦਾ ਜਸ ਕਰਿਆ ਕਰ, ਵਡਿਆਈ ਕਰਿਆ ਕਰ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਂਕੋ ਜਸ ਰਸਨ ਬਖਾਨੈ। ਜਿਹਦੀ ਕਿਰਪਾ ਨਾਲ ਤੈਨੂੰ ਮਾਲਕ ਜੀ, ਜਿਹਦੀ ਕਿਰਪਾ ਨਾਲ ਪਾਤਸ਼ਾਹ ਜੀ ਕਹਿ ਰਹੇ ਨੇ ਸੰਸਾਰ ਅੰਦਰ ਤੇਰਾ ਨਾਮਣਾ ਵਧੀਆ ਬਣ ਜਾਂਦਾ ਹੈ, ਜਿਹਦੀ ਮਿਹਰ ਦੇ ਨਾਲ। ਇੱਥੇ ਗੁਰੂ ਸਾਹਿਬ ਜੀ ਆਪਾਂ ਨੂੰ ਜਿਹੜੀ ਵਿਚਾਰ ਦੇ ਰਹੇ ਨੇ ਜੀ, ਜਿਹਦੀ ਮਿਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ, ਉਸ ਦੀ ਵਡਿਆਈ ਆਪਣੇ ਮੂੰਹ ਜੀਭ ਨਾਲ ਸਦਾ ਕਰਦਾ ਰਿਹਾ ਕਰ, ਰਹਿਮਤ ਕਰਦਾ ਗੁਰੂ, ਕਿਰਪਾ ਕਰਦਾ। ਸਤਿਗੁਰੂ ਜੀ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ ਜੀ, ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਂਕੋ ਜਸ ਰਸਨ ਬਖਾਨੈ। ਆਪਣੇ ਮੂੰਹ ਦੇ ਨਾਲ ਉਸ ਰੱਬ ਦਾ ਜਸ ਵਡਿਆਈ ਕਰਦਾ ਰਿਹਾ ਕਰ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਜਿਹਦੀ ਕਿਰਪਾ ਨਾਲ, ਜਿਹਦੀ ਰਹਿਮਤ ਨਾਲ, ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ ਜੀ ਆਪਾਂ ਨੂੰ, ਤੇਰੀ ਬਰਾਬਰੀ ਨਹੀਂ ਕਰ ਸਕਦਾ। ਹੇ ਮਨ, ਉਸ ਉੱਚੇ ਪ੍ਰਭੂ ਨੂੰ ਹਰ ਸਾਹ ਦੇ ਨਾਲ ਯਾਦ ਕਰਿਆ ਕਰ, ਚੇਤੇ ਕਰਿਆ ਕਰ। ਪਾਤਸ਼ਾਹ ਜੀ ਇੱਥੇ ਹੀ ਗੱਲ ਆਪਾਂ ਨੂੰ ਸਮਝਾ ਰਹੇ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਜਿਸ ਪ੍ਰਭੂ ਦੀ ਕਿਰਪਾ ਨਾਲ ਤੇਰਾ ਧਰਮ ਕਾਇਮ ਰਹਿੰਦਾ ਹੈ, ਤੂੰ ਫਰਜ਼ਾਂ ਦੇ ਵਿੱਚ ਬੰਨਿਆ ਰਹਿਣਾ, ਹੈ ਮਨ ਤੂੰ ਸਦਾ ਉਸ ਮਾਲਕ ਦਾ, ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਜਿਹਦੀ ਕਿਰਪਾ ਨਾਲ ਤੂੰ ਧਰਮ ਦੇ ਵਿੱਚ ਪੱਕਾ ਰਹਿਣਾ ਹੈ।
ਸਤਿਗੁਰੂ ਜੀ ਅੱਗੇ ਸਮਝਾ ਰਹੇ ਨੇ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਪ੍ਰਭ ਜੀ ਜਪਤ ਦਰਗਾ ਮਾਨ ਪਾਵੈ, ਨਾਨਕ ਪਤ ਛੇਤੀ ਘਰ ਜਾਵੈ। ਜਿਹਦੀ ਕਿਰਪਾ ਨਾਲ ਉਹਦਾ ਨਾਮ ਜਪ ਕੇ ਮਾਲਕ ਦੀ ਦਰਗਾਹ ਦੇ ਵਿੱਚ ਵੀ ਮਾਨ ਮਿਲਦਾ, ਵਡਿਆਈ ਮਿਲਦੀ ਹੈ, ਇੱਜ਼ਤ ਮਿਲਦੀ ਹੈ। ਅੱਗੇ ਮਹਾਰਾਜ ਕਹਿੰਦੇ, ਨਾਨਕ ਪਤ ਛੇਤੀ ਘਰ ਜਾਵੈ। ਹੇ ਨਾਨਕ, ਇੱਜ਼ਤ ਦੇ ਨਾਲ, ਪਤ ਦਾ ਅਰਥ ਹੁੰਦਾ ਜੀ ਇੱਜ਼ਤ, ਨਾਮ ਜਪਣ ਦੇ ਨਾਲ, ਕਹਿ ਲਓ ਚੰਗੇ ਕੰਮ ਕਰਨ ਦੇ ਨਾਲ ਇੱਜ਼ਤ ਬਣਦੀ ਹੈ, ਪਤ ਬਣਦੀ ਹੈ। ਅਤੇ ਮਹਾਰਾਜ ਕਹਿੰਦੇ ਪਤ ਦੇ ਨਾਲ ਆਪਣੇ ਘਰ ਜਾਣਾ, ਸਹੀ ਸਲਾਮਤ ਇੱਜ਼ਤ ਲੈ ਕਰਕੇ ਆਪਣੇ ਘਰ ਜਾਣਾ। ਗੁਰੂ ਸਾਹਿਬ ਜੀ ਅੱਗੇ ਸਮਝਾ ਰਹੇ ਨੇ, ਜਿਹੜਾ ਅਗਲਾ ਬੰਦ ਹੈ 3 ਨੰਬਰ ਬੰਦ, ਜੇ ਪ੍ਰਸਾਦ ਅਰੋ ਕੰਚਨ ਦੇਹੀ ਤੇ ਲਿਵ ਲਾਵੋ ਤਿਸ ਰਾਮ ਸਨੇਹੀ। ਜਿਹਦੀ ਕਿਰਪਾ ਦੇ ਨਾਲ ਜਿਹੜੀ ਦੇਹ ਆ ਨਾ, ਸਰੀਰ ਹੈ, ਉਹ ਕੰਚਨ ਵਰਗੀ ਹੋ ਜਾਂਦੀ ਹੈ, ਰੋਗ ਤੋਂ ਰਹਿਤ ਅਰੋਗ ਹੋ ਜਾਂਦੀ ਹੈ। ਉਹਦੇ ਨਾਲ ਧਿਆਨ ਜੁੜ ਕੇ ਰੱਖ, ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੀ, ਜਿਹਦੀ ਕਿਰਪਾ ਦੇ ਨਾਲ ਤੇਰਾ ਪਰਦਾ ਰਹਿ ਜਾਂਦਾ ਹੈ, ਤੇਰੀ ਪੱਤ ਰਹਿ ਜਾਂਦੀ ਹੈ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਮਨ ਸੁਖ ਪ੍ਰਾਪਤ ਕਰ ਸਕਦਾ ਤੂੰ ਉਹਦਾ ਵਡਿਆਈ ਕਰਕੇ, ਉਹਦਾ ਜਸ ਕਰਕੇ। ਅੱਗੇ ਮਹਾਰਾਜ ਕਹਿ ਰਹੇ ਨੇ, ਜੇ ਪ੍ਰਸਾਦ ਤੇਰੇ ਸ਼ਗਲ ਸਿਦਰ ਢਾਕੇ, ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਂਕੇ। ਜਿਹਦੀ ਕਿਰਪਾ ਨਾਲ ਤੇਰੇ ਸਾਰੇ ਪਾਪ ਢਕੇ ਜਾਂਦੇ ਨੇ, ਤੇਰੇ ਸਾਰੇ ਐਬ ਢਕੇ ਜਾਂਦੇ ਨੇ, ਜਿਹਦੀ ਕਿਰਪਾ ਨਾਲ। ਅੱਗੇ ਮਹਾਰਾਜ ਕਹਿ ਰਹੇ ਨੇ, ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਂਕੈ। ਹੇ ਮੇਰੇ ਮਨ, ਉਸ ਮਾਲਕ ਦੀ, ਉਸ ਠਾਕੁਰ ਦੀ ਸ਼ਰਨ ਵਿੱਚ ਆ ਜਾ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਸਤਿਗੁਰੂ ਜੀ ਕਹਿੰਦੇ, ਜਿਸ ਦੀ ਕਿਰਪਾ ਨਾਲ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ। ਹੇ ਮਨ, ਉਸ ਉੱਚੇ ਪ੍ਰਭੂ ਨੂੰ ਹਰ ਸਾਹ ਦੇ ਨਾਲ ਧਿਆ ਚੇਤੇ ਕਰ। ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜਿਹਦੀ ਕਿਰਪਾ ਨਾਲ, ਜਿਹਦੀ ਰਹਿਮਤ ਨਾਲ ਤੈਂ ਇਹ ਦੁਰਲਭ ਦੇ ਕੀਮਤੀ ਸਰੀਰ ਪ੍ਰਾਪਤ ਕਰ ਲਿਆ। ਹੇ ਨਾਨਕ, ਉਸ ਰੱਬ ਦੀ, ਉਸ ਮਾਲਕ ਦੀ ਭਗਤੀ ਦੇ ਵਿੱਚ ਲੱਗ, ਭਗਤੀ ਕਰ। ਇਹ 3 ਨੰਬਰ ਜਿਹੜਾ ਬੰਦਾ ਹੈ ਜੀ, ਅਖੀਰਲੀਆਂ ਪੰਕਤੀਆਂ ਨੇ। ਸਤਿਗੁਰੂ ਮਹਾਰਾਜ ਨੇ ਇੱਥੇ ਕਿਹਾ, ਜਿਹਦੀ ਕਿਰਪਾ ਨਾਲ ਤੈਂ ਦੇਹੀ ਪ੍ਰਾਪਤ ਕਰ ਲਈ, ਦੁਰਲਭ ਦੇ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਜਿਹੇ ਪ੍ਰਸਾਦ ਆ ਭੂਖਨ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਆ ਭੂਖਨ ਦਾ ਅਰਥ ਹੁੰਦਾ ਜੀ ਗਹਿਣੇ ਤੇ ਜੇਵਰ। ਜਿਸ ਦੀ ਕਿਰਪਾ ਨਾਲ ਗਹਿਣੇ ਪਹਿਨਦਾ ਹੈ, ਹੇ ਮਨ, ਉਸ ਪ੍ਰਭੂ ਨੂੰ ਸਿਮਰਦਿਆਂ ਕਿਉਂ ਆਲਸ ਕਰਦਾ। ਗੁਰੂ ਅਰਜਨ ਸਾਹਿਬ ਨੇ ਕੁਝ ਬਾਣੀ ਅੰਦਰ ਅਲੰਕਾਰਾਂ ਦੇ ਵਿੱਚ, ਪ੍ਰਤੀਕਾਂ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਨੇ ਜੀ। ਜਿਹਦੀ ਕਿਰਪਾ ਨਾਲ ਤੈਨੂੰ ਧਨ ਦੌਲਤ ਪਦਾਰਥ ਸ਼ੌਹਰਤ ਸਭ ਕੁਝ ਮਿਲ ਗਿਆ, ਉਹਨੂੰ ਸਿਮਰਦਿਆਂ ਤੂੰ ਆਲਸ ਕਿਉਂ ਕਰਦਾ। ਇੱਥੇ ਮਹਾਰਾਜ ਕਹਿੰਦੇ, ਜਿਹੇ ਪ੍ਰਸਾਦ ਅਭੂਖਨ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਅੱਗੇ ਮਹਾਰਾਜ ਕਹਿ ਰਹੇ ਨੇ, ਜਿਹੇ ਪ੍ਰਸਾਦ ਅਸ਼ਭ ਹਸਤ ਅਸਵਾਰੀ। ਜਿਹਦੀ ਕਿਰਪਾ ਨਾਲ ਹਾਥੀ ਘੋੜਿਆਂ ਦੀ ਤੂੰ ਸਵਾਰੀ ਕਰਦਾ। ਇੱਥੇ ਥੋੜਾ ਧਿਆਨ ਨਾਲ ਸਮਝੋ ਜੀ। ਉਸ ਸਮੇਂ ਹਾਥੀ ਘੋੜਿਆਂ 'ਤੇ ਸਵਾਰੀ ਕੀਤੀ ਜਾਂਦੀ ਸੀ, ਅੱਜ ਗੱਡੀਆਂ ਕਾਰਾਂ ਨੇ। ਸਾਡੇ ਕੋਲ ਦੌਲਤ ਆ ਗਈ, ਸ਼ੋਹਰਤ ਆ ਗਈ, ਬਹੁਤ ਦਾਤਾਂ ਸਾਨੂੰ ਮਿਲ ਗਈਆਂ। ਰੱਬ ਦੀ ਸਭ ਦੇਣ ਹੈ, ਪਰਮਾਤਮਾ ਦੀ ਦੇਣ ਹੈ। ਆਪਾਂ ਰਜ਼ੋਈ ਕਰਦੇ ਹਾਂ, ਅਰਦਾਸ ਕਰਦੇ ਹਾਂ, ਸ਼ੁਕਰਾਨਾ ਮਨੁੱਖ ਦੇ ਮੂੰਹ 'ਤੇ ਉਸ ਮਾਲਕ ਦਾ, ਵਾਹਿਗੁਰੂ ਦਾ ਹਰ ਵੇਲੇ ਸ਼ੁਕਰਾਨਾ ਹੀ ਹੋਣਾ ਚਾਹੀਦਾ। ਰੱਬ ਤੇਰਾ ਸ਼ੁਕਰ ਹੈ, ਜੋ ਕੁਝ ਤੂੰ ਕਰ ਰਿਹਾ, ਜੋ ਕੁਝ ਤੂੰ ਦੇ ਰਿਹਾ, ਤੇਰਾ ਸ਼ੁਕਰਾਨਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਹਦੀ ਕਿਰਪਾ ਦੇ ਨਾਲ, ਜਿਹਦੀ ਰਹਿਮਤ ਨਾਲ, ਜਿਸ ਦੀ ਦਇਆ ਨਾਲ ਬਾਗ, ਜ਼ਮੀਨਾਂ, ਧਨ ਪਦਾਰਥ ਤੈਨੂੰ ਨਸੀਬ ਹੋ ਗਿਆ ਸਭ ਕੁਝ। ਆਪਣੇ ਮਨ ਦੇ ਵਿੱਚ ਉਹ ਐਸੇ ਪ੍ਰਮਾਤਮਾ ਨੂੰ, ਐਸੇ ਰੱਬ ਨੂੰ ਪਰੋ ਕੇ ਰੱਖ। ਆ ਜਿੰਨੇ ਵੀ ਤੇਰੇ ਕੋਲ ਪਦਾਰਥ ਪਹੁੰਚ ਰਹੇ ਨੇ ਨਾ, ਰੱਬ ਦੀ ਦੇਣ ਆ, ਵਾਹਿਗੁਰੂ ਦੀ ਦੇਣ ਹੈ।
ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ, ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸੈ ਧਿਆਈ। ਜਿਹਨੇ ਤੇਰੀ ਬਣਤ ਬਣਾਈ ਹੈ, ਜਿਹਨੇ ਤੈਨੂੰ ਘੜਿਆ ਸਵਾਰਿਆ ਬਣਾ ਦਿੱਤਾ, ਹਰ ਵੇਲੇ ਉੱਠਦਿਆਂ ਬਹਿੰਦਿਆਂ ਰੱਬ ਨੂੰ ਚੇਤੇ ਕਰਿਆ ਕਰ, ਧਿਆਇਆ ਕਰ। ਅੱਗੇ ਮਹਾਰਾਜ ਕਹਿ ਰਹੇ ਨੇ, ਤਿਸੈ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਤੇਰੀ ਰੱਖੈ। ਇਹਾਂ ਊਹਾਂ ਨਾਨਕ ਤੇਰੀ ਰੱਖੈ। ਸਤਿਗੁਰੂ ਜੀ ਕਹਿ ਰਹੇ ਨੇ, ਹੇ ਨਾਨਕ ਉਸ ਪ੍ਰਭੂ ਨੂੰ ਸਿਮਰ ਜੋ ਇੱਕ ਹੈ ਤੇ ਬੇਅੰਤ ਹੈ, ਇੱਕ ਹੈ ਤੇ ਬੇਅੰਤ ਹੈ, ਲੋਕ ਤੇ ਪ੍ਰਲੋਕ ਅੰਦਰ, ਹਰ ਇੱਕ ਪਲ ਹਰ ਇੱਕ ਸਮੇਂ ਅੰਦਰ ਤੇਰੀ ਪੱਤ ਰੱਖਣ ਵਾਲਾ, ਤੇਰੀ ਇੱਜ਼ਤ ਰੱਖਣ ਵਾਲਾ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ। ਆਪਾਂ ਜੋ ਰੂਟੀਨ ਦੇ ਵਿੱਚ ਇੱਕ ਲੜੀਵਾਰ ਵਿਚਾਰ ਕਰਦੇ ਹਾਂ, ਅੱਜ 4 ਬੰਦਾਂ ਦੀ ਆਪਾਂ ਰੋਜ਼ਾਨਾ ਹੀ ਵਿਚਾਰ ਕਰਦੇ ਹਾਂ। ਗੁਰੂ ਕਿਰਪਾ ਕਰੇ ਜੀ। ਜਿਹੜੇ ਰਹਿੰਦੇ ਅਗਲੇ 4 ਬੰਦ ਨੇ, ਅਗਲੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਸਤਿਗੁਰੂ ਮਹਾਰਾਜ ਨੇ ਇੱਥੇ ਰੱਬ ਦੀ ਅਪਾਰ ਰਹਿਮਤ ਕਿਰਪਾ ਦੀ ਗੱਲ ਕੀਤੀ ਹੈ, ਜੋ ਸਮੁੱਚਾ ਨਿਚੋੜ ਜਿਹੜਾ ਇਹਨਾਂ ਬੰਦਾਂ ਦਾ ਕਹਿੰਦਾ ਹੈ, ਜਿਹਦੀ ਕਿਰਪਾ ਨਾਲ ਸਾਨੂੰ ਸੋਹਣੀ ਇਹ ਸਰੀਰਕ ਜ਼ਿੰਦਗੀ ਮਿਲ ਗਈ, ਮਨੁੱਖਾ ਜਨਮ ਮਿਲ ਗਿਆ। ਮਨੁੱਖਾ ਜਨਮ ਮਿਲ ਕਰਕੇ ਚੰਗਾ ਪਰਿਵਾਰ ਕਹਿ ਲਓ, ਧਨ ਪਦਾਰਥ ਬਹੁਤ ਕੁਝ ਮਿਲ ਗਿਆ। ਇਹ ਰੱਬ ਦੀਆਂ ਬੇਅੰਤ ਦਾਤਾਂ ਨੇ। ਰੱਬ ਦੀ ਬੇਅੰਤਤਾਈ ਦਾ ਅੰਤ ਨਹੀਂ ਕੋਈ ਪਾ ਸਕਦਾ, ਉਹ ਤਾਂ ਬੇਅੰਤ ਹੈ। ਇਹ ਰੱਬ ਦੀ ਰਹਿਮਤ ਕਹਿ ਲਓ, ਕਿਰਪਾ ਕਹਿ ਲਓ। ਗੁਰੂ ਕਿਰਪਾ ਕਰੇ ਜੀ। ਅਸੀਂ ਲੜੀਵਾਰ ਵਿਚਾਰ ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇੱਕ ਲੜੀਵਾਰ ਵਿਚਾਰ ਨਾਲ ਜੁੜੇ ਹੋਏ ਸੀ ਜੀ। ਨਿੱਕੀਆਂ ਜਿੰਦਾਂ ਵੱਡਾ ਸਾਕਾ, ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ। ਇੱਕ ਲੜੀ ਦੇ ਤਹਿਤ ਆਪਾਂ ਸਾਰੇ ਇੱਕ ਇੱਕ ਦਿਨ ਬਾਰੇ ਵਿਚਾਰ ਕੀਤੀ ਹੈ ਵੀ ਅੱਜ ਦੇ ਦਿਨ ਕੀ ਵਾਪਰਿਆ, ਅੱਜ ਦੇ ਦਿਨ ਕੀ ਹੋਇਆ। ਸਾਰੀ ਆਪਾਂ ਇੱਕ ਲੜੀ ਤਹਿਤ ਵਿਚਾਰ ਕੀਤੀ ਹੈ। ਗੁਰੂ ਕਿਰਪਾ ਕਰੇ ਉਹ ਵਿਚਾਰ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਵੇ, ਸਾਡੀ ਜ਼ਿੰਦਗੀ ਵਿੱਚ ਆ ਜਾਵੇ। ਸੋ ਆਓ ਦੁਬਾਰਾ ਫੇਰ ਇੱਕ ਲੜੀ ਨਾਲ ਜੁੜਦੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਬਾਰੇ ਵਿਚਾਰ ਕਰਦੇ ਆ ਰਹੇ ਹਾਂ। ਜਿਹੜੀ ਵਿਚਾਰ ਚੱਲ ਰਹੀ ਸੀ ਜੀ ਭੰਗਾਣੀ ਦਾ ਯੁੱਧ। ਭੰਗਾਣੀ ਦੀ ਜਿਹੜੀ ਲੜਾਈ ਹੈ, ਯੁੱਧ ਆ ਜਿਹੜਾ, ਉਹ ਸਤਿਗੁਰ ਮਹਾਰਾਜ ਨੇ ਜਿੱਤਿਆ। ਇਹ ਆਪਾਂ ਸਾਰਾ ਵਿਸਥਾਰ ਨਾਲ ਪਿਛਲੇ ਦੀਵਾਨਾਂ ਵਿੱਚ ਵਿਚਾਰ ਚੁੱਕੇ ਹਾਂ। ਮੈਂ ਸੰਖੇਪ ਅੰਦਰ ਦੱਸ ਦਿੰਦਾ ਜੀ। ਆਪਾਂ ਪਿਛਲੇ ਦੀਵਾਨਾਂ ਅੰਦਰ ਵਿਚਾਰਿਆ ਸੀ ਯੁੱਧ ਦੇ ਕਾਰਨ ਕੀ ਸੀ, ਕਿਉਂ ਲੱਗਿਆ ਸੀ। ਪਹਾੜੀ ਰਾਜੇ ਪਰਮਾਨੰਦ ਵਰਗੇ ਜਿਹੜੇ ਪੁਰੋਹਿਤ ਨੇ, ਉਹਨਾਂ ਦਾ ਗੁਰੂ ਘਰ ਪ੍ਰਤੀ ਜਿਹੜੀ ਵਿਰੋਧਤਾ ਵੱਧਦੀ ਜਾਂਦੀ ਸੀ। ਗੁਰੂ ਸਾਹਿਬ ਦੀ ਸ਼ਾਨ ਵੇਖ ਕਰਕੇ, ਵੱਜ ਰਿਹਾ ਨਗਾਰਾ ਵੇਖ ਕਰਕੇ, ਸਾਂਝਾ ਲੰਗਰ ਵੇਖ ਕਰਕੇ ਉਹ ਬਹੁਤ ਘਬਰਾਏ ਹੋਏ ਸੀ। ਉਹਨਾਂ ਨੇ ਆਟੇ ਦੀ ਗਊ ਬਣਾ ਕੇ ਸੌਹਾਂ ਖਾਧੀਆਂ, ਵੀ ਤੋੜ ਦਿੱਤੀ। ਸਾਰੀ ਆਪਾਂ ਇੱਕ ਵਿਚਾਰ ਕੀਤੀ ਸੀ। ਉਸ ਤੋਂ ਬਾਅਦ ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਮਹਾਰਾਜ ਪੌਂਟਾ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ, ਜਿੱਥੇ ਮਹਾਰਾਜ ਰਹਿ ਰਹੇ ਸੀ। ਖੁਸ਼ੀਆਂ ਮਨਾਈਆਂ ਸਿੱਖਾਂ ਨੇ। ਪੀਰ ਬੁੱਧੂ ਸ਼ਾਹ ਨੂੰ ਵੀ ਮਹਾਰਾਜ ਨੇ ਆਪਣਾ ਕੰਘਾ ਦਿੱਤਾ, ਦਸਤਾਰ ਦਾ ਇੱਕ ਟੁਕੜਾ ਦਿੱਤਾ। ਇੱਥੋਂ ਪੌਂਟਾ ਸਾਹਿਬ ਤੋਂ ਚੱਲ ਕੇ ਮਹਾਰਾਜ ਵੱਖ-ਵੱਖ ਨਗਰਾਂ ਅੰਦਰ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੋਏ, ਲੋਕਾਂ ਨੂੰ ਇੱਕ ਰੱਬ ਨਾਲ, ਮਾਲਕ ਨਾਲ ਜੋੜਦੇ ਹੋਏ ਮਹਾਰਾਜ ਕਪਾਲ ਮੋਚਨ ਦੀ ਧਰਤੀ 'ਤੇ ਪਹੁੰਚਦੇ ਨੇ। ਉਸ ਤੋਂ ਬਾਅਦ ਮਹਾਰਾਜ ਸੰਢੌਰੇ ਆਏ। ਸੰਢੌਰੇ ਤੋਂ ਬਾਅਦ ਗੁਰੂ ਸਤਿਗੁਰੂ ਮਹਾਰਾਜ ਲਾਹੜਪੁਰ ਆਏ। ਇੱਥੇ 13 ਦਿਨ ਮਹਾਰਾਜ ਨੇ ਡੇਰਾ ਕੀਤਾ ਲਾਹੜਪੁਰ ਦੀ ਧਰਤੀ 'ਤੇ। ਫਿਰ ਮਾਣਕ ਟਾਵਰਾ ਰਾਏਪੁਰ ਦੀ ਇੱਕ ਰਾਣੀ ਸੀ ਜੀ। ਇਸ ਰਾਣੀ ਨੇ ਗੁਰੂ ਸਾਹਿਬ ਦੀ ਅਥਾਹ ਸੇਵਾ ਕੀਤੀ ਅਤੇ ਸਤਿਗੁਰੂ ਮਹਾਰਾਜ ਨੂੰ ਆਪਣੇ ਹੱਥੀਂ ਬਣਾ ਕੇ ਪ੍ਰਸ਼ਾਦਾ ਵੀ ਛਕਾਇਆ। ਸਤਿਗੁਰੂ ਮਹਾਰਾਜ ਇਹਨਾਂ ਨਗਰਾਂ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਜਿਵੇਂ ਟੋਡਾ ਨਾਢਾ ਹੁੰਦੇ ਹੋਏ ਮਹਾਰਾਜ ਢਕੋਲੀ ਪੁੱਜੇ। ਇੱਥੇ ਪਾਣੀ ਦੀ ਕਮੀ ਸੀ। ਮਹਾਰਾਜ ਨੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ। ਪਾਣੀ, ਇੱਥੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ। ਕੋਟਲਾ ਨਿਹੰਗ ਮਹਾਰਾਜ ਪਹੁੰਚਦੇ ਨੇ। ਇੱਥੇ ਗੁਰੂ ਸਾਹਿਬ ਦਾ ਪਠਾਣਾ ਦੇ ਨਾਲ ਥੋੜ੍ਹਾ ਪ੍ਰੇਮ ਸੀ। ਉਹਨਾਂ ਨੇ, ਪਠਾਣਾ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ। ਉਸ ਤੋਂ ਬਾਅਦ ਜਦੋਂ ਮਹਾਰਾਜ ਆਨੰਦਪੁਰ ਦੀ ਧਰਤੀ 'ਤੇ ਪਹੁੰਚਦੇ ਨੇ ਦੁਬਾਰਾ 1688 ਦੇ ਵਿੱਚ, ਕੀਰਤਪੁਰ ਤੋਂ ਆਨੰਦਪੁਰ
ਅੰਤ ਦੇ ਵਿੱਚ ਮਹਾਰਾਜ ਆਨੰਦਪੁਰ ਦੀ ਧਰਤੀ ਤੇ ਪਹੁੰਚੇ, ਕਿਲਿਆਂ ਦੀ ਉਸਾਰੀ ਕਰਵਾ ਦਿੱਤੀ। ਕਿਲਿਆਂ ਦੀ ਉਸਾਰੀ ਕਰਵਾਈ। ਕਿਲਿਆਂ ਦੀ ਉਸਾਰੀ ਕਰਾਉਣ ਦਾ ਕਾਰਨ ਆਪਾਂ ਜਾਣ ਚੁੱਕੇ ਹਾਂ, ਪਿਛਲੇ ਦੀਵਾਨਾਂ ਵਿੱਚ ਸਾਰੀ ਇੱਕ ਲੜੀ ਦੇ ਤਹਿਤ ਵਿਚਾਰ ਕਰਕੇ ਆਏ ਹਾਂ। ਅੱਗੇ ਜਿਹੜਾ ਸਮਾਂ ਬਣ ਰਿਹਾ ਸੀ, ਸਮਾਂ ਚੱਲ ਰਿਹਾ ਸੀ ਜੰਗ ਲੱਗਣ ਦਾ ਸਮਾਂ। ਗੁਰੂ ਸਾਹਿਬ ਨੇ ਪਲੈਨਿੰਗ ਤਾਂ ਕਰ ਲਈ ਸੀ ਨਾ ਵੀ ਅੱਗੇ ਜਿਹੜਾ ਸਮਾਂ ਆ ਰਿਹਾ ਉਹਨੂੰ ਕਿਵੇਂ ਬਾਰ ਕਰਨਾ। ਇਸੇ ਤਰ੍ਹਾਂ ਮਹਾਰਾਜ ਵੱਖ-ਵੱਖ ਨਗਰਾਂ ਅੰਦਰ ਗੁਰਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਨੇ। ਕਿਲੇ ਉਸਾਰ ਦਿੱਤੇ ਮਹਾਰਾਜ ਨੇ। ਆਨੰਦਪੁਰ ਦਾ ਕਿਲਾ, ਆਨੰਦਗੜ੍ਹ ਦਾ ਕਿਲਾ ਜਿਹੜਾ ਮਹਾਰਾਜ ਨੇ ਬਣਾਇਆ ਤਾਂ ਕਿ ਨਗਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਉਸ ਤੋਂ ਬਾਅਦ ਇੱਕ ਸਿੱਖ ਧਰਮ ਦਾ ਤਿਉਹਾਰ ਕਹਿ ਲਓ ਜੀ, ਹੋਲੇ ਮਹੱਲੇ ਬਾਰੇ ਆਪਾਂ ਗੱਲ ਕਰਾਂਗੇ ਅੱਜ। ਹੋਲਾ ਮਹੱਲਾ, ਜਦੋਂ ਸਿੱਖ ਪਰੰਪਰਾ ਨੂੰ ਵੇਖਦੇ ਹਾਂ, ਸਿੱਖ ਮਰਿਆਦਾ ਨੂੰ ਵੇਖਦੇ ਹਾਂ, ਸਿੱਖ ਵਿਚਾਰਧਾਰਾ ਨੂੰ ਵੇਖਦੇ ਹਾਂ ਤਾਂ ਬਹੁਤ ਕੁਝ ਸਾਡੇ ਸਾਹਮਣੇ ਆਵੇਗਾ। ਜਿਵੇਂ ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ, ਸਾਡਾ ਹਿੰਦੂ ਤਿਉਹਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਜਿਨ੍ਹਾਂ ਦੇ ਹਨ ਉਹਨਾਂ ਨੂੰ ਮੁਬਾਰਕ ਮਨਾਉਣ। ਜਦੋਂ ਅਸੀਂ ਹੋਲੇ ਮਹੱਲੇ ਬਾਰੇ ਪੜ੍ਹਦੇ ਹਾਂ, ਇਹਦਾ ਜਿਹੜਾ ਪਿਛੋਕੜ ਹੈ ਚੱਲਿਆ ਆਉਂਦਾ, ਜਿਹੜਾ ਹੋਲੀ ਹੈ, ਜਿਹੜੀ ਹੋਲੀ ਜੀ ਭਾਰਤ ਦਾ ਇੱਕ ਮੌਸਮੀ ਜਿਹਾ ਤਿਉਹਾਰ ਹੈ। ਹੋਲੀ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ, ਹੋਲੀ ਦਾ ਤਿਉਹਾਰ, ਇਸ ਦੇ 3 ਨਾਮ ਹਨ ਹੋਲੀ ਦੇ। ਇਹਨੂੰ ਹੋਲੀ ਵੀ ਕਿਹਾ ਜਾਂਦਾ, ਹੌਲਕਾ ਵੀ ਕਿਹਾ ਜਾਂਦਾ ਤੇ ਹੋਲਾਕਾ ਵੀ ਕਿਹਾ ਜਾਂਦਾ। ਬਸੰਤ ਰੁੱਤ ਤੋਂ ਪਹਿਲਾਂ ਪਤਝੜ ਦੀ ਰੁੱਤ ਹੁੰਦੀ ਹੈ। ਪਤਝੜ ਦੀ ਜਿਹੜੀ ਰੁੱਤ ਹੁੰਦੀ ਹੈ ਬਿਰਾਨੀ ਜੀ ਰੁੱਤ ਹੁੰਦੀ ਹੈ, ਜਿਹੜਾ ਆਪਣਾ ਚਿੱਤ ਵੀ ਥੋੜ੍ਹਾ ਉਦਾਸ ਜਿਹਾ ਰਹਿਣ ਲੱਗ ਜਾਂਦਾ ਬਿਰਾਨੀ ਜੀ ਰੁੱਤ ਦੇ ਅੰਦਰ। ਤੁਸੀਂ ਅਕਸਰ ਵੇਖੋਗੇ ਨਾ, ਜਦੋਂ ਅਸੀਂ ਹਰਿਆਲੀ ਨੂੰ ਵੇਖਦੇ ਹਾਂ, ਵਧੀਆ ਵਾਤਾਵਰਨ ਨੂੰ ਵੇਖਦੇ ਹਾਂ, ਵਧੀਆ ਮਾਹੌਲ ਨੂੰ ਵੇਖਦੇ, ਸਾਡਾ ਚਿੱਤ ਖਿੜਦਾ ਹੈ। ਜਦੋਂ ਅਸੀਂ ਵਧੀਆ ਚੀਜ਼ਾਂ ਨੂੰ ਵੇਖਾਂਗੇ ਨਾ, ਹਰਿਆਲੀ ਨੂੰ ਵੇਖਾਂਗੇ ਜਾਂ ਹੋਰ ਚੀਜ਼ਾਂ ਵੇਖਦੇ ਹਾਂ, ਉਹਦੇ ਨਾਲ ਥੋੜ੍ਹਾ ਮਨ ਵੀ ਸ਼ਾਂਤ ਹੁੰਦਾ, ਖਿੜਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਹ ਪਤਝੜ ਰੁੱਤ ਦੀ ਗੱਲ ਕਰਦੇ ਹਾਂ, ਪਤਝੜ ਰੁੱਤ ਤੋਂ ਬਾਅਦ ਜਿਹੜਾ ਉਦਾਸੀ ਦਾ ਪ੍ਰਭਾਵ ਹੁੰਦਾ ਪਤਝੜ ਰੁੱਤ ਦੇ ਅੰਦਰ। ਬਸੰਤ ਰੁੱਤ ਤੋਂ ਪਹਿਲਾਂ ਇਹ ਰੁੱਤ ਆਉਂਦੀ ਹੈ ਪਤਝੜ, ਉਦਾਸੀ ਵਾਲੀ ਇਹਨੂੰ ਰੁੱਤ ਕਹਿ ਸਕਦੇ ਹਾਂ ਆਪਾਂ। ਬਸੰਤ ਦੀ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ ਨਾ, ਸਭ ਕੁਝ ਚਾਰੇ ਪਾਸੇ ਟਹਿਕ ਮਹਿਕ ਖਿੜਾ ਜਾਂਦਾ ਹੈ। ਪਸ਼ੂ ਪੰਛੀ ਮਨੁੱਖ ਸਭਨਾਂ ਦਾ ਦਿਲ ਖਿੜ ਜਾਂਦਾ ਹੈ। ਇਹ ਤਿਉਹਾਰ ਜਿਹੜਾ ਮਨਾਇਆ ਜਾਂਦਾ ਸੀ, ਇਹਦੀ ਪਰੰਪਰਾ ਕੀ ਸੀ? ਇੱਕ ਦੂਜੇ ਉੱਤੇ ਰੰਗ ਸਿੱਟ ਕੇ ਤਿਉਹਾਰ ਮਨਾਇਆ ਜਾਂਦਾ ਸੀ। ਅੱਜ ਵੀ ਭਾਰਤ ਵਰਸ਼ ਅੰਦਰ, ਭਾਰਤ ਦੇਸ਼ ਅੰਦਰ ਇਹ ਤਿਉਹਾਰ ਮਨਾਇਆ ਜਾਂਦਾ ਇੱਕ ਦੂਜੇ ਉੱਤੇ ਰੰਗ ਸੁੱਟ ਕਰਕੇ। ਪਰ ਜੇ ਅੱਜ ਦੇ ਦੌਰ ਨੂੰ ਦੇਖਿਆ ਜਾਵੇ, ਪੜਚੋਲਿਆ ਜਾਵੇ, ਅੱਜ ਦੇ ਦੌਰ ਅੰਦਰ ਤਾਂ ਹੋਰੇ ਕੁਝ ਚੱਲਦਾ ਹੈ। ਕਿਹੜੀ ਭਾਵਨਾ ਨਾਲ, ਕਿਹੜੀ ਮਨਸ਼ਾ ਦੇ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ, ਕਿਹੜੀ ਅੰਦਰ ਸੋਚਾਂ ਰੱਖ ਕੇ ਤਿਉਹਾਰ ਮਨਾਇਆ ਜਾਂਦਾ ਹੈ। ਇਹ ਸਭ ਕੁਝ ਜਦੋਂ ਸਤਿਗੁਰ ਮਹਾਰਾਜ ਦੇ ਸਮੇਂ ਇਹ ਸਭ ਕੁਝ ਮਹਾਰਾਜ ਨੇ ਆਪਣੀ ਅੱਖਾਂ ਨਾਲ ਵੇਖਿਆ। ਹੁਣ ਇਹ ਪ੍ਰਚਲਿਤ ਕਿਵੇਂ ਹੁੰਦਾ ਜੀ? ਇੱਕ ਕਹਾਣੀ ਕਹਿ ਲਓ, ਹਿੰਦੂ ਗ੍ਰੰਥਾਂ ਦੇ ਵਿੱਚੋਂ ਪੜ੍ਹਦੇ ਹਾਂ ਆਪਾਂ, ਪੁਰਾਣਕ ਕਥਾ ਹੈ ਜਿਹੜੀ ਹੋਲਿਕਾ ਸੀ, ਇਹ ਪ੍ਰਹਲਾਦ ਦੀ ਭੂਆ ਸੀ। ਭਗਤ ਪ੍ਰਹਲਾਦ ਸੀ ਜਿਹੜਾ ਹਰਨਾਕਸ਼ ਦਾ ਬੇਟਾ ਸੀ। ਹਰਨਾਕਸ਼ ਇੱਕ ਰਾਜਾ ਸੀ। ਉਹ ਕਹਿੰਦਾ, ਉਹਦਾ ਬਾਣੀ ਅੰਦਰ ਵੀ ਇੱਕ ਆਪਾਂ ਜ਼ਿਕਰ ਪੜ੍ਹਦੇ ਹਾਂ ਜੀ, ਬਾਣੀ ਅੰਦਰ ਆਪਾਂ ਬਹੁਤ ਵਾਰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ। ਨਾਮ ਦਿਓ ਮੁਖ ਲਾਇਆ, ਪ੍ਰਹਲਾਦ ਬਾਰੇ ਜਦੋਂ ਗੱਲ ਆਉਂਦੀ ਹੈ, ਜਦੋਂ ਆਪਾਂ ਬਾਣੀ ਅੰਦਰੋਂ ਪੜ੍ਹਦੇ ਵਿਚਾਰਦੇ ਹਾਂ, ਸਾਰੀ ਗੱਲ ਬਾਣੀ ਦੇ ਮੁਤਾਬਕ ਆਪਾਂ ਕਰਾਂਗੇ। ਇੱਕ ਹਵਾਲਾ ਵਰਤਿਆ ਮਹਾਰਾਜ ਨੇ। ਪ੍ਰਹਲਾਦ ਸੀ ਜਿਹੜਾ ਉਹ ਪਰਮਾਤਮਾ ਦਾ ਭਗਤ ਸੀ, ਰੱਬ ਦਾ ਪਿਆਰਾ ਸੀ। ਸੰਤ ਪ੍ਰਹਲਾਦ ਵੀ ਬਾਣੀ ਵਿੱਚ ਕਰਕੇ ਲਿਖਿਆ। ਸੰਤ ਪ੍ਰਹਲਾਦ ਉਹ ਰੱਬ ਦਾ ਨਾਮ ਜਪਦਾ ਸੀ। ਇਹਦਾ ਪਿਤਾ ਸੀ ਜਿਹੜਾ ਹਰਨਾਕਸ਼ੇ ਕਹਿੰਦਾ ਵੀ ਦੁਨੀਆ ਦੇ ਉੱਤੇ ਮੇਰਾ ਨਾਮ ਹੋਵੇ, ਲੋਕ ਮੈਨੂੰ ਯਾਦ ਕਰਨ, ਮੈਨੂੰ ਜਪਣ, ਮੈਨੂੰ ਆਰਾਧਣਾ। ਜਦੋਂ ਸਾਰੇ ਪਾਸੇ ਗੱਲ ਫੈਲ ਗਈ, ਕਈ ਲੋਕ ਡਰਦੇ ਕਾਰਨ ਜਪੀ ਗਏ, ਯਾਦ ਕਰੀ ਗਈ। ਸਮਾਂ ਐਸਾ ਆਇਆ,
घर ਦੇ ਵਿੱਚ ਜਦੋਂ ਇਹਦਾ ਪੁੱਤਰ ਪੈਦਾ ਹੋਇਆ ਪ੍ਰਹਲਾਦ ਨਾ, ਇਹ ਤੋਂ ਬਾਗੀ ਹੋ ਗਿਆ। ਆਪਣੇ ਪਿਤਾ ਨੂੰ ਕਹਿੰਦਾ ਵੀ ਮੈਂ ਤੇਰਾ ਨਾਮ ਨਹੀਂ ਜਪਦਾ, ਮੈਂ ਰੱਬ ਦਾ ਨਾਮ ਜਪੂੰਗਾ, ਮੈਂ ਰੱਬ ਨੂੰ ਆਰਾਧੂੰਗਾ। ਆਖਰਕਾਰ ਗੱਲ ਇੱਥੇ ਤੱਕ ਪਹੁੰਚ ਗਈ, ਧੱਕੇ ਨਾਲ, ਡਰਾਵੇ ਨਾਲ, ਜ਼ੋਰ ਨਾਲ ਵੀ ਇਸ ਰਾਜੇ ਹਰਨਾਕਸ਼ ਨੇ ਕਿਹਾ, ਪਰ ਪ੍ਰਹਲਾਦ ਨੇ ਨਹੀਂ ਮੰਨੀ। ਆਖਰਕਾਰ ਜਿਹੜਾ ਅੱਗੇ ਜੋ ਇਸ ਪੁਰਾਣਕ ਕਥਾ ਵਿੱਚ ਲਿਖਿਆ ਮਿਲਦਾ, ਆਪਾਂ ਪੜ੍ਹਦੇ ਹਾਂ, ਪ੍ਰਹਲਾਦ ਰੱਬ ਨੂੰ ਯਾਦ ਕਰਨ ਵਾਲਾ ਸੀ। ਪ੍ਰਹਲਾਦ ਦੀ ਭਗਤ ਦੀ ਜਿਹੜੀ ਭੂਆ ਸੀ, ਇਹਨੂੰ ਡੁੰਡਾ ਕਰਕੇ ਵੀ ਲਿਖਿਆ ਇੱਥੇ ਜੀ, ਜਿਸ ਨੂੰ ਆਪਾਂ ਹੋਲਿਕਾ ਕਹਿ ਦਿੰਦੇ ਆਪਾਂ। ਇਹਨਾਂ ਦੇ ਪੁਰਾਣ ਮੁਤਾਬਕ ਇਹਨੂੰ ਸ਼ਿਵਜੀ ਦਾ ਇੱਕ ਵਰਦਾਨ ਮਿਲਿਆ ਹੋਇਆ ਸੀ। ਸ਼ਿਵਜੀ ਦੇ ਵਰਦਾਨ ਕਰਕੇ ਅੱਗ ਵਿੱਚ ਭਸਮ ਨਹੀਂ ਹੋ ਸਕਦੀ। ਸ਼ਿਵਜੀ ਨੇ ਵਰਦਾਨ, ਇਹਨਾਂ ਦੇ ਮੁਤਾਬਕ, ਵੈਸੇ ਗੁਰਬਾਣੀ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਇੱਕ ਗੱਲ ਤੁਰ ਪਈ ਤਾਂ ਗੱਲ ਆਪਾਂ ਕਰ ਦਿੰਦੇ ਹਾਂ। ਹਰਨਾਕਸ਼ ਨੇ ਸਜ਼ਾ ਦਿੱਤੀ। ਹਰਨਾਕਸ਼ ਸੀ ਜਿਹੜਾ ਰਾਜਾ, ਪ੍ਰਹਲਾਦ ਨੂੰ ਸਜ਼ਾ ਦਿੱਤੀ ਵੀ ਇਹਨੂੰ ਅੱਗ ਅੰਦਰ ਸਾੜ ਦਿੱਤਾ ਜਾਵੇ। ਇਸ ਹੋਲਿਕਾ ਨੇ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ, ਆਪ ਇਹ ਸੜ ਗਈ ਅਤੇ ਪ੍ਰਹਲਾਦ ਸੜਿਆ ਨਹੀਂ, ਬਚ ਗਿਆ। ਇਹ ਜਿਹੜੀ ਕਹਾਣੀ ਚੱਲੀ ਆਉਂਦੀ ਹੈ, ਉੱਥੋਂ ਤੋਂ ਇਹ ਹੋਲੀ ਦਾ ਜਿਹੜਾ ਤਿਉਹਾਰ ਸ਼ੁਰੂ ਹੋ ਗਿਆ। ਇੱਕ ਦੂਜੇ 'ਤੇ ਸਵਾਹ ਸੁੱਟ ਕੇ, ਇੱਕ ਦੂਜੇ 'ਤੇ ਰੰਗ ਪਾ ਕਰਕੇ ਤਿਉਹਾਰ ਮਨਾਇਆ ਜਾਂਦਾ ਸੀ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੇ ਦੂਰ ਦ੍ਰਿਸ਼ਟੀ ਨੂੰ ਵੇਖਦੇ ਹਾਂ, ਪੜਚੋਲਦੇ ਹਾਂ, ਮਹਾਰਾਜ ਨੇ ਸਾਨੂੰ ਇਹਨਾਂ ਸਾਰੇ ਕਰਮ ਕਾਂਡਾਂ ਤੋਂ ਕੱਢ ਕੇ, ਸਾਰੇ ਵਹਿਮਾਂ ਭਰਮਾਂ ਤੋਂ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲਾ ਮਹੱਲਾ ਦਿੱਤਾ ਸਾਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਹੋਲੀ ਦੀ ਥਾਂ, ਇੱਥੇ ਲਿਖਿਆ ਬਕਾਇਦਾ ਜੀ, ਹੋਲੀ ਦੀ ਥਾਂ ਹੋਲਾ ਮਹੱਲਾ ਜਿਹੜਾ ਮਨਾਉਂਦੇ ਆਪਾਂ, ਮਨਾਉਣ ਦੀ ਹਦਾਇਤ ਕੀਤੀ ਸਤਿਗੁਰੂ ਮਹਾਰਾਜ ਨੇ। ਜਿਹੜਾ ਹੋਲੇ ਦਾ ਅਰਥ ਹੈ ਜੀ, ਹੋਲੇ ਮਹੱਲੇ ਦਾ ਜਿਹੜਾ ਅਰਥ ਆਪਾਂ ਪੜ੍ਹਦੇ ਹਾਂ, ਹੋਲਾ ਮਹੱਲਾ ਮਨਾਉਣ ਵਾਸਤੇ ਮਹਾਰਾਜ ਨੇ ਕਿਹਾ। ਹੋਲੇ ਦਾ ਅਰਥ ਹੈ ਜਿੱਥੇ ਹਮਲਾ ਕਰਨਾ ਹੋਵੇ, ਮਹੱਲਾ ਉਹ ਥਾਂ ਜਿੱਥੇ ਹਮਲਾ ਕੀਤਾ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ, ਜਦੋਂ ਇਹ ਦਿਨ ਆਉਂਦਾ ਸੀ, ਆਨੰਦਪੁਰ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ। ਅੱਜ ਵੀ ਆਪਾਂ ਜਾਂਦੇ ਹਾਂ ਜੀ, ਇੱਕ ਦੂਜੇ ਉੱਤੇ ਰੰਗ ਸੁੱਟ ਕੇ ਨਹੀਂ ਮਹਾਰਾਜ ਨੇ ਕਿਹਾ ਵੀ ਰੰਗ ਨਾਲ ਆਪਣਾ ਮੂੰਹ ਭਰ ਲਓ, ਕੇਸਾਂ ਵਿੱਚ ਰੰਗ ਪਾ ਲਓ, ਇਸ ਤਰ੍ਹਾਂ ਨਹੀਂ। ਸਤਿਗੁਰੂ ਮਹਾਰਾਜ ਇਸ ਦਿਨ ਬਕਾਇਦਾ ਸਿੱਖਾਂ ਨੂੰ ਸ਼ਾਸਤਰ ਵਿਦਿਆ ਮਹਾਰਾਜ ਘੋਲ ਕਰਵਾਉਣੇ, ਤੀਰ ਅੰਦਾਜ਼ੀ, ਜਿੰਨੇ ਵੀ ਮਹਾਰਾਜ ਹਥਿਆਰ ਰੱਖਦੇ ਸੀ, ਸਿੱਖਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ। ਪਹਿਲਾਂ ਇਸ ਦਿਨ ਇਹ ਕਹਿ ਲਈ ਮਹਾਰਾਜ ਪੇਪਰ ਲੈਂਦੇ ਹੁੰਦੇ ਸੀ, ਦੋ ਦਲ ਬਣਾ ਕੇ, ਦੋ ਟੋਲੀਆਂ ਬਣਾ ਕੇ ਉਹਨਾਂ ਦਾ ਮੁਕਾਬਲਾ ਕਰਕੇ ਦੇਖਦੇ ਹੁੰਦੇ ਸੀ ਵੀ ਸਿੱਖ ਜਿੱਥੇ ਮਾਨਸਿਕ ਤੌਰ 'ਤੇ ਬਲਵਾਨ ਹੋਣ, ਉੱਥੇ ਆਰਥਿਕ ਤੌਰ 'ਤੇ ਵੀ ਬਲਵਾਨ ਹੋਣ। ਗੁਰੂ ਕਾ ਸਿੱਖ ਫੁਰਤੀ ਵਾਲਾ ਹੋਵੇ, ਵਿਵੇਕ ਵਾਲਾ ਹੋਵੇ, ਹਰ ਪੱਖ ਤੋਂ ਗੁਰੂ ਕਾ ਸਿੱਖ ਬਲਵਾਨ ਬਣੇ। ਮਹਾਰਾਜ ਇਹ ਹੋਲਾ ਮਹੱਲਾ ਸੀ ਜਿਹੜਾ ਇਹ ਮਨਾਇਆ ਕਰਦੇ ਸੀ ਆਨੰਦਪੁਰ ਦੀ ਧਰਤੀ 'ਤੇ। ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਹੋਲਾ ਮਹੱਲਾ ਆਨੰਦਪੁਰ ਦੀ ਧਰਤੀ 'ਤੇ ਮਨਾਇਆ ਜਾਂਦਾ ਸੀ। ਸਤਿਗੁਰੂ ਜੀ ਨੇ ਸ਼ੁਰੂ ਕੀਤਾ। ਅੱਜ ਜੋ ਮਹਾਰਾਜ ਨੇ ਸਾਨੂੰ ਦਿੱਤਾ ਆਪਣੀ ਵਿਰਾਸਤ ਵਿੱਚ, ਅੱਜ ਇਹ ਸਾਨੂੰ ਆਪਣੇ ਗੁਰਦੁਆਰਿਆਂ ਅੰਦਰ, ਧਾਰਮਿਕ ਅਦਾਰੇ ਨੇ ਗੁਰਦੁਆਰੇ ਸਾਡੇ, ਉੱਥੇ ਚੀਜ਼ਾਂ ਕਰਨ ਦੀ ਲੋੜ ਹੈ। ਜਿਵੇਂ ਗੱਤਕੇ ਦੀ ਗੱਲ ਕਰ ਲਓ, ਹੋਰ ਸਿਖਲਾਈਆਂ ਦੀ ਗੱਲ ਕਰ ਲਓ, ਜਿਹਦੇ ਨਾਲ ਸਾਡੀ ਸਿੱਖੀ ਦਾ ਦਾਇਰਾ ਵਿਸ਼ਾਲ ਬਣੇ। ਜੇ ਪਿਰਤਾਂ, ਇਹ ਵਿਚਾਰਾਂ ਸਾਡੇ ਸਮਾਜ ਵਿੱਚ ਆ ਜਾਣ, ਸਾਂਝੇ ਅਦਾਰਿਆਂ ਵਿੱਚ ਆ ਜਾਣ, ਸਾਡਾ ਸਮਾਜ ਵਧੀਆ ਬਣ ਸਕਦਾ ਜੀ। ਮੈਂ ਕੱਲ੍ਹ ਵੀ ਆਪਾਂ ਗੱਲ ਕਰ ਰਹੇ ਸੀ, ਘਰ ਵਿੱਚ ਮਾਂ ਪਾਠ ਕਰੇਗੀ, ਪਿਤਾ ਪਾਠ ਕਰੇਗਾ, ਬੱਚੇ ਵੀ ਦੇਖ ਕੇ ਲੱਗ ਜਾਂਦੇ ਨੇ। ਕਿਉਂਕਿ ਸਭ ਤੋਂ ਜਿਹੜਾ ਅੱਜ ਦੌਰ ਚੱਲ ਰਿਹਾ ਨਾ, ਤੁਸੀਂ ਵੇਖੋਗੇ ਕਿੰਨੀਆਂ ਜਵਾਨੀਆਂ ਨਸ਼ੇ ਨੇ ਖਾ ਲਈਆਂ। ਅੱਜ ਵੀ ਉਹ ਕਿੰਨੀਆਂ ਮਾਵਾਂ ਰੋਂਦੀਆਂ ਨੇ, ਕਰਲਾਉਂਦੀਆਂ ਨੇ। ਸਤਿਗੁਰੂ ਮਹਾਰਾਜ ਨੇ ਜਦੋਂ ਇਹ ਇੱਕ ਤਿਉਹਾਰ ਸਾਡਾ ਜਿਹੜਾ ਸ਼ੁਰੂ ਕਰ ਦਿੱਤਾ ਨਾ, ਮਹਾਰਾਜ ਨੇ ਬੜੀਆਂ ਜਵਾਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਅਖਾੜਿਆਂ ਦੇ ਵਿੱਚ ਬੜੇ ਉਤਸ਼ਾਹ ਨਾਲ ਜਾਂਦੀਆਂ ਸੀ।
ਬੜੇ ਨੌਜਵਾਨ ਮਹਾਰਾਜ ਕੋਲ ਉਤਸ਼ਾਹ ਨਾਲ ਜਾਂਦੇ ਸੀ। ਸਤਿਗੁਰੂ ਮਹਾਰਾਜ ਨੂੰ ਉਹਨਾਂ ਨੂੰ ਪ੍ਰੇਰ ਕੇ ਸਿੱਖਿਆ ਦੇ ਕਰਕੇ ਉਹਨਾਂ ਨੂੰ ਬਲਵਾਨ ਬਣਾਉਂਦੇ ਸੀ, ਸ਼ਕਤੀਸ਼ਾਲੀ ਬਣਾਉਂਦੇ ਸੀ। ਜ਼ੁਲਮ ਦੇ ਖਿਲਾਫ ਅੜਨਾ ਸਿਖਾਉਂਦੇ ਸੀ ਮਹਾਰਾਜ, ਜ਼ੁਲਮ ਦੇ ਖਿਲਾਫ ਲੜਨਾ ਸਿਖਾਉਂਦੇ ਸੀ ਮਹਾਰਾਜ। ਜਿਹੜੀ ਮੈਂ ਅੱਜ ਦੇ ਸੰਦਰਭ ਅੰਦਰ ਗੱਲ ਕਰਦਾ ਸੀ ਜੀ, ਵੀ ਅੱਜ ਵੀ ਸਾਨੂੰ ਇਹ ਪਿਰਤਾਂ ਪਾਉਣ ਦੀ ਲੋੜ ਹੈ। ਅੱਜ ਵੀ ਅਸੀਂ ਹੋਲਾ ਮਹੱਲਾ ਮਨਾਈਏ ਬੜੇ ਉਤਸ਼ਾਹ ਨਾਲ, ਬੜੇ ਚਾਅ ਨਾਲ, ਪਰ ਇੱਕ ਦੂਜੇ 'ਤੇ ਰੰਗ ਸੁੱਟ ਕੇ ਨਹੀਂ। ਜੋ ਗੁਰੂ ਸਾਹਿਬ ਨੇ ਸਾਨੂੰ ਵਿਰਾਸਤ ਅੰਦਰ ਦਿੱਤਾ, ਮਰਿਆਦਾ ਅੰਦਰ ਦਿੱਤਾ, ਉਹਨੂੰ ਅਪਣਾ ਕੇ ਅਸੀਂ ਹੋਲਾ ਮਹੱਲਾ ਮਨਾ ਸਕਦੇ ਹਾਂ। ਗੁਰੂ ਕਿਰਪਾ ਕਰੇ ਜੀ। ਜਿਹੜੀ ਆਪਾਂ ਇੱਕ ਲੜੀ ਦੇ ਵਿੱਚ ਵਿਚਾਰ ਕੀਤੀ ਹੈ, ਇਸ ਲੜੀ ਨੂੰ ਸਮਝਦੇ ਹੋਏ ਆਪਣੇ ਜੀਵਨ ਨੂੰ ਸੰਵਾਰੀਏ, ਆਪਣੇ ਪਰਿਵਾਰਾਂ ਨੂੰ ਸੰਵਾਰੀਏ। ਬੱਚੇ ਸਾਡੇ ਗੁਰਬਾਣੀ ਨਾਲ ਜੁੜਨ, ਮਾਤਾਵਾਂ ਭੈਣਾਂ, ਨੌਜਵਾਨ ਵੀਰ ਬਜ਼ੁਰਗ ਜਿਨ੍ਹਾਂ ਨੂੰ ਵੀ ਪੰਜਾਬੀ ਪੜ੍ਹਨੀ ਆਉਂਦੀ ਹੈ, ਬਾਣੀ ਜ਼ਰੂਰ ਪੜ੍ਹਿਆ ਕਰੋ ਜੀ, ਕਿਉਂਕਿ ਬਾਣੀ ਦੇ ਨਾਲ ਹੀ ਸਾਨੂੰ ਆਨੰਦ ਮਿਲਦਾ। ਪਿਛਲੇ ਦੀਵਾਨਾਂ ਵਿੱਚ ਆਪਾਂ ਜੋ ਸ਼ਹੀਦੀ ਹਫ਼ਤਾ ਚੱਲ ਰਿਹਾ ਸੀ, ਸ਼ਹੀਦੀ ਹਫ਼ਤੇ ਦੇ ਸੰਬੰਧ ਵਿੱਚ ਸਾਰੀ ਆਪਾਂ ਇੱਕ ਲੜੀ ਦੇ ਤਹਿਤ ਵਿਚਾਰ ਕੀਤੀ ਸੀ। ਹੁਣ ਜਿਹੜੀ ਅੱਗੇ ਵਿਚਾਰ ਚੱਲਣੀ ਹੈ ਜੀ, ਆਪਾਂ ਅੱਗੇ ਜਿਹੜੀ ਵਿਚਾਰ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਕਰ ਰਹੇ ਹਾਂ, ਕਿਉਂਕਿ ਆਉਣ ਵਾਲੀ ਜਿਹੜੀ 5 ਜਨਵਰੀ ਹੈ, ਸਮੁੱਚੇ ਨਗਰ ਦੇ ਸਹਿਯੋਗ ਨਾਲ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ। ਤਾਂ ਕਰਕੇ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਕੁਝ ਆਪਾਂ ਵਿਚਾਰਾਂ, ਕੁਝ ਆਪਾਂ ਸਿੱਖ ਰਹੇ ਹਾਂ, ਵਿਚਾਰ ਰਹੇ ਹਾਂ, ਤਾਂ ਕਿ ਉਹਨਾਂ ਵਿਚਾਰਾਂ ਨੂੰ ਅਸੀਂ ਜ਼ਿੰਦਗੀ ਵਿੱਚ ਵਸਾ ਸਕੀਏ। ਜੋ ਸਾਡੇ ਗੁਰੂ ਨੇ 42 ਸਾਲ ਦੀ ਉਮਰ ਦੇ ਵਿੱਚ ਕਰਕੇ ਵਿਖਾ ਦਿੱਤਾ, ਆਪਾਂ ਉਹਨਾਂ ਜਿਹੜੇ ਮਹਾਰਾਜ ਨੇ ਪੂਰਨੇ ਪਾਏ, ਉਹਨਾਂ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ, ਇੰਨੀ ਬੇਨਤੀ ਪ੍ਰਵਾਨ ਕਰਿਓ ਜੀ। ਰਹਿੰਦੀ ਜਿਹੜੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਿਰਪਾ ਕਰਨ ਗੁਰੂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਭਈ ਅਰਦਾਸ ਸਭ ਤੇਰੀ, ਤੁਮ ਮਾਤ ਪਿਤਾ ਹਮ ਵਾਰਕ ਤੇਰੇ।